ਵੈਲਕਮ ਟੂ ਲਵਿੰਗ ਇੰਸਪਾਇਰ ਚੈਨਲ। ਅੱਜ ਦੇ ਵੀਡੀਓ ਵਿੱਚ ਆਪਾਂ ਡਿਵੀਡੈਂਡ ਬਾਰੇ ਗੱਲ ਕਰਾਂਗੇ। ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਟੌਪਿਕ ਤੇ ਜੋ ਕਿ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਹੁਤ ਹੀ ਪ੍ਰਭਾਵਿਤ ਕਰੇ। ਅਸੀਂ ਗੱਲ ਕਰਾਂਗੇ ਡਿਵੀਡੈਂਡ ਬਾਰੇ, ਇਹ ਕਿਵੇਂ ਸਾਡੀ ਹੈਲਪ ਕਰ ਸਕਦੇ ਸਾਡੇ ਫਾਈਨੈਂਸ਼ੀਅਲ ਗੋਲ ਨੂੰ ਅਚੀਵ ਕਰਨ ਵਿੱਚ। ਭਲਾ ਤੁਸੀਂ ਆਰਾਮ ਨਾਲ ਰਿਟਾਇਰ ਹੋਣ ਬਾਰੇ ਸੋਚ ਰਹੇ ਹੋ ਜਾਂ ਇੱਕ ਡ੍ਰੀਮ ਵਕੇਸ਼ਨ ਲਈ? ਚਲੋ ਫਿਰ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਲੈਟਸ ਡਾਈਵ ਰਾਈਟ ਇਨ। ਡਿਵੀਡੈਂਡ ਤੋਂ ਕਮਾਈ ਕਿਵੇਂ ਕੀਤੀ ਜਾ ਸਕਦੀ ਹੈ? ਡਿਵੀਡੈਂਡ ਕੰਪਨੀ ਪ੍ਰੋਫਿਟ ਦੇ ਇੱਕ ਛੋਟੇ ਹਿੱਸੇ ਨੂੰ ਜੋ ਕਿ ਸ਼ੇਅਰ ਹੋਲਡਰਸ ਵਿੱਚ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ। ਜਦੋਂ ਤੁਸੀਂ ਡਿਵੀਡੈਂਡ ਪੇਇੰਗ ਕੰਪਨੀ ਦੇ ਸ਼ੇਅਰਸ ਖਰੀਦਦੇ ਹੋ ਤਾਂ ਤੁਸੀਂ ਉਸ ਸ਼ੇਅਰ ਦੇ ਪ੍ਰੋਫਿਟ ਅਰਨਿੰਗ ਦੇ ਹੱਕਦਾਰ ਬਣ ਜਾਂਦੇ। ਡਿਵੀਡੈਂਡ ਇਨਵੈਸਟਿੰਗ ਤੁਹਾਨੂੰ ਇੱਕ ਰੈਗੂਲਰ ਇਨਕਮ ਦੇ ਸਕਦੀ ਹੈ। ਆਓ ਜਾਣਦੇ ਹਾਂ ਕਿ ਡਿਵੀਡੈਂਡ ਅਰਨਿੰਗ ਕਿਵੇਂ ਤੁਹਾਡੀ ਇਨਵੈਸਟਮੈਂਟ ਸਟ੍ਰੈਟਜੀ ਦਾ ਇੱਕ ਹਿੱਸਾ ਬਣ ਸਕਦੀ ਹੈ। ਡਿਵੀਡੈਂਡ ਤੋਂ ਅਸੀਂ ਸਟੇਬਲ ਇਨਕਮ ਲੈ ਸਕਦੇ ਹਾਂ। ਇਹ ਸਾਡੇ ਲਈ ਬਹੁਤ ਚੰਗੀ ਹੋਵੇਗੀ ਜਦੋਂ ਇਕਨੋਮੀ ਤੇ ਅਨਸਰਟੇਨ ਟਾਈਮ ਚੱਲ ਰਿਹਾ ਹੋ, ਜਿਵੇਂ ਕਿ ਕਿਸੇ ਕੰਟਰੀ ਦੀ ਵਾਰ, ਰਿਸੈਸ਼ਨ, ਪੈਂਡੈਮਿਕਸ ਵਗੈਰਾ। ਸੈਕੰਡਲੀ, ਡਿਵੀਡੈਂਡ ਨੂੰ ਅਸੀਂ ਦੁਬਾਰਾ ਤੋਂ ਇਨਵੈਸਟ ਕਰਕੇ ਆਪਣੇ ਪ੍ਰੋਫਿਟ ਨੂੰ ਕੰਪਾਊਂਡਿੰਗ ਕਰ ਸਕਦੇ ਹਾਂ। ਕੰਪਾਊਂਡਿੰਗ ਦਾ ਮਤਲਬ ਵਿਆਜ ਤੇ ਵਿਆਜ ਦਾ ਮੁਨਾਫਾ ਕਰਨਾ। ਇਸ ਤੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਡਿਵੀਡੈਂਡ ਤੋਂ ਇਨਕਮ ਦੇ ਨਾਲ ਕੈਪੀਟਲ ਗੇਨ ਵੀ ਕਰ ਸਕਦੇ ਹਾਂ। ਹੁਣ ਤੱਕ ਅਸੀਂ ਡਿਵੀਡੈਂਡ ਅਰਨਿੰਗ ਦੀ ਇੰਪੋਰਟੈਂਸ ਨੂੰ ਸਮਝਿਆ। ਚਲੋ ਹੁਣ ਜਾਣਦੇ ਹਾਂ ਕਿ ਡਿਵੀਡੈਂਡ ਪੇਇੰਗ ਸਟਾਕ ਨੂੰ ਕਿਵੇਂ ਲੱਭਿਆ ਜਾਵੇ। ਪਹਿਲਾ ਤਰੀਕਾ ਇਹ ਹੈ ਕਿ ਉਹਨਾਂ ਕੰਪਨੀਆਂ ਦੀ ਸਰਚ ਕੀਤੀ ਜਾਵੇ ਜੋ ਕਿ ਪਿਛਲੇ ਕੁਝ ਟਾਈਮ ਤੋਂ ਕੰਸਿਸਟੈਂਟ ਡਿਵੀਡੈਂਡ ਦੀ ਪੇਮੈਂਟ ਕਰ ਰਹੀ ਹੈ। ਇਹ ਕੰਪਨੀ ਹੋ ਸਕਦਾ ਹੈ ਕਿ ਸਟੇਬਲ ਇੰਡਸਟਰੀਜ਼ ਤੋਂ ਜਾਂ ਫਿਰ ਯੂਟਿਲਿਟੀਜ਼, ਕੰਜ਼ਿਊਮਰ ਗੁੱਡ ਔਰ ਹੈਲਥ ਕੇਅਰ ਵਗੈਰਾ ਤੋਂ। ਇਹ ਥੋੜਾ ਕ੍ਰਿਟੀਕਲ ਹੁੰਦਾ ਹੈ ਕਿ ਡਿਵੀਡੈਂਡ ਯੀਲਡ ਨੂੰ ਇਵੈਲੂਏਟ ਕਰਨਾ, ਜੋ ਕਿ ਸਾਲਾਨਾ ਡਿਵੀਡੈਂਡ ਅਮਾਉਂਟ ਨੂੰ ਸਟਾਕ ਪ੍ਰਾਈਸ ਤੇ ਡਿਵਾਈਡ ਕੀਤਾ ਜਾਂਦਾ ਹੈ। ਇੱਕ ਹਾਇਰ ਡਿਵੀਡੈਂਡ ਯੀਲਡ ਸਾਨੂੰ ਚੰਗੀ ਹਾਇਰ ਇਨਕਮ ਦਾ ਰਿਟਰਨ ਦੇ ਸਕਦੀ ਹੈ। ਕਿਹੜੀ ਸਟ੍ਰੈਟਜੀਜ਼ ਨਾਲ ਡਿਵੀਡੈਂਡ ਅਰਨਿੰਗ ਨੂੰ ਮੈਕਸਿਮਾਈਜ਼ ਕੀਤਾ ਜਾ ਸਕਦਾ ਹੈ? ਪਹਿਲਾ, ਡਿਫਰੈਂਟ ਕੰਪਨੀਜ਼ ਜੋ ਕਿ ਅਲੱਗ ਸੈਕਟਰ ਤੇ ਇੰਡਸਟਰੀਜ਼ ਤੋਂ ਹੋਵੇ, ਉਸ ਦੇ ਡਿਵੀਡੈਂਡ ਪੇਇੰਗ ਸਟਾਕ ਨੂੰ ਮਿਕਸ ਕਰਕੇ ਲੈਣੇ ਚਾਹੀਦੇ। ਇਸ ਨਾਲ ਸਾਨੂੰ ਇਹ ਫਾਇਦਾ ਹੈ ਕਿ ਅਸੀਂ ਕਿਸੇ ਇੱਕ ਕੰਪਨੀ ਜਾਂ ਸੈਕਟਰ ਉੱਤੇ ਨਿਰਭਰ ਨਹੀਂ ਹਾਂ। ਦੂਸਰਾ, ਆਪਣੇ ਡਿਵੀਡੈਂਡਸ ਨੂੰ ਰੀਇਨਵੈਸਟ ਕਰਕੇ ਇੰਸਟੈਡ ਆਫ ਕਿ ਕੈਸ਼ ਵਿਡਰੋ, ਰੀਇਨਵੈਸਟ ਕਰਨਾ ਡਿਵੀਡੈਂਡਸ ਨੂੰ DRP ਜ਼ਰੀਏ। DRP ਤੋਂ ਭਾਵ ਡਿਵੀਡੈਂਡ ਰੀਇਨਵੈਸਟਮੈਂਟ ਪਲਾਨ। ਇਹਦੇ ਨਾਲ ਅਸੀਂ ਇੱਕ ਹੋਰ ਐਡੀਸ਼ਨਲ ਸ਼ੇਅਰਸ ਬਾਏ ਕਰ ਸਕਦੇ ਹਾਂ ਜੋ ਕਿ ਆਟੋਮੈਟਿਕਲੀ ਸਾਡੀ ਅਰਨਿੰਗ ਤੇ ਕੰਪਾਊਂਡਿੰਗ ਚੱਲਦੀ ਰਹੇਗੀ। ਤੀਸਰਾ, ਜਿਹੜੀ ਕੰਪਨੀ ਅਸੀਂ ਸਿਲੈਕਟ ਕਰਦੇ ਹਾਂ ਉਹਨਾਂ ਕੰਪਨੀ ਦੀ ਫਾਈਨੈਂਸ਼ੀਅਲ ਹੈਲਥ ਤੇ ਗਰੋਥ ਨੂੰ ਚੰਗੀ ਤਰ੍ਹਾਂ ਰਿਸਰਚ ਕਰਕੇ ਸਮਝਣਾ ਬਹੁਤ ਜ਼ਰੂਰੀ ਹੈ। ਉਹਨਾਂ ਕੰਪਨੀਜ਼ ਨੂੰ ਸਿਲੈਕਟ ਕਰਨਾ ਚਾਹੀਦਾ ਹੈ ਜੋ ਕਿ ਸਸਟੇਨੇਬਲ ਡਿਵੀਡੈਂਡ ਪਾਲਿਸੀ ਤੇ ਕੰਮ ਕਰਦੀ ਹੋਵੇ, ਜੋ ਕਿ ਸਾਡੇ ਆਉਣ ਵਾਲੇ ਟਾਈਮ ਵਿੱਚ ਡਿਵੀਡੈਂਡ ਨੂੰ ਇਨਕਰੀਜ਼ ਕਰਦੀ ਰਹੇ। ਹੁਣ ਤੱਕ ਅਸੀਂ ਇਹ ਸਮਝਿਆ ਕਿ ਡਿਵੀਡੈਂਡਸ ਅਰਨਿੰਗ ਕੰਮ ਕਿਵੇਂ ਕਰਦੀ ਹੈ। ਹੁਣ ਅਸੀਂ ਇਹ ਡਿਸਕਸ ਕਰਾਂਗੇ ਕਿ ਇਹ ਸਾਡੇ ਫਿਊਚਰ ਗੋਲ ਨੂੰ ਅਚੀਵ ਕਰਨ ਵਿੱਚ ਕਿਵੇਂ ਹੈਲਪ ਕਰ ਸਕਦੀ ਹੈ। ਵੈਦਰ ਕਿ ਅਸੀਂ ਸੇਵਿੰਗ ਕਰੀਏ ਰਿਟਾਇਰਮੈਂਟ ਲਈ ਜਾਂ ਘਰ ਖਰੀਦਣ ਲਈ ਜਾਂ ਫਿਰ ਬੱਚਿਆਂ ਦੀ ਸਟੱਡੀ ਲਈ, ਡਿਵੀਡੈਂਡ ਦੀ ਅਰਨਿੰਗ ਇੱਕ ਕ੍ਰੂਸ਼ੀਅਲ ਰੋਲ ਪਲੇ ਕਰਦੀ ਹੈ। ਸਾਨੂੰ ਸਾਡੇ ਟਾਰਗੇਟ ਤੱਕ ਲੈ ਕੇ ਜਾਣ ਵਿੱਚ ਬਹੁਤ ਮਦਦ ਕਰਦੀ ਹੈ। ਇਸ ਨੂੰ ਸ਼ੁਰੂ ਕਰਦੇ ਹੋਏ ਇੱਕ ਪਲਾਨ ਤੇ ਕਿਸੇ ਫਾਈਨੈਂਸ਼ੀਅਲ ਗੋਲ ਬਣਾਉਣਾ ਚਾਹੀਦਾ ਹੈ। ਜੋ ਅਮਾਉਂਟ ਇਨਕਮ ਅਸੀਂ ਜਨਰੇਟ ਕਰਨਾ ਚਾਹੁੰਦੇ ਹਾਂ ਡਿਵੀਡੈਂਡ ਪੋਰਟਫੋਲੀਓ ਤੋਂ, ਫਿਰ ਅਸੀਂ ਕੈਲਕੂਲੇਟ ਕਰਨਾ ਹੈ ਸਾਨੂੰ ਕਿੰਨੇ ਪੈਸੇ ਇਨਵੈਸਟ ਕਰਨੇ ਨੇ ਅਤੇ ਕਿੰਨੇ ਟਾਈਮ ਵਾਸਤੇ ਇਨਵੈਸਟ ਕਰਨੇ। ਯਾਦ ਰੱਖੋ ਕਿ ਡਿਵੀਡੈਂਡ ਇਨਵੈਸਟਿੰਗ ਇੱਕ ਲੌਂਗ ਟਰਮ ਸਟ੍ਰੈਟਜੀ ਹੈ ਜੋ ਕਿ ਤੁਹਾਨੂੰ ਤੁਹਾਡੇ ਸਬਰ ਤੇ ਕੰਸਿਸਟੈਂਟ ਰਹਿਣ ਤੇ ਰਿਵਾਰਡ ਦਿੰਦੀ ਹੈ। ਕੁਝ ਕੰਪਨੀ ਦੀ ਐਗਜ਼ਾਮਪਲ ਤੁਸੀਂ ਚੈੱਕ ਕਰ ਸਕਦੇ ਹੋ ਜੋ ਕਿ ਡਿਫਰੈਂਟ ਸੈਕਟਰ ਤੋਂ ਨੇ ਤੇ ਉਹਨਾਂ ਨੇ ਕਿੰਨਾ ਡਿਵੀਡੈਂਡ ਯੀਲਡ ਹੁਣ ਤੱਕ ਦਿੱਤਾ ਹੈ। ਅਜਿਹੀਆਂ ਬਹੁਤ ਕੰਪਨੀਆਂ ਨੇ ਜੋ ਕਿ ਤੁਹਾਨੂੰ ਡਿਵੀਡੈਂਡ ਪੇ ਕਰਦੀਆਂ ਨੇ, ਜਿੱਦਾਂ ਕਿ ਟਪਾਰੀਆ ਟੂਲਸ, TV ਟੂਡੇ ਨੈਟਵਰਕ, ਵੇਦਾਂਤਾ, ਨਰਮਦਾ, ਹਿੰਦੁਸਤਾਨ ਜ਼ਿੰਕ, ਬੰਸਾਲੀ ਇੰਜੀਨੀਅਰਿੰਗ, ਇੰਡੀਆ ਇਨਫਰਾਸਟ੍ਰਕਚਰ, IRB ਯੂਨਿਟ ਫੰਡ, ਪਾਵਰ ਗ੍ਰਿਡ ਇਨਫਰਾਸਟ੍ਰਕਚਰ, ਕੋਲ ਇੰਡੀਆ, IDFC, ਇੰਡੀਆ ਗ੍ਰਿਡ ਟਰਸਟ। ਇਹ ਸਭ ਕੰਪਨੀਆਂ ਵੱਖਰੇ ਵੱਖਰੇ ਸੈਕਟਰ ਤੋਂ ਨੇ। ਹੁਣ ਜੇਕਰ ਅਸੀਂ ਡਿਵੀਡੈਂਡ ਤੋਂ 50,000 ਰੁਪਏ ਕਮਾਉਣਾ ਹੋਵੇ ਤਾਂ ਉਹਦੇ ਵਾਸਤੇ ਸਾਨੂੰ ਕਿੰਨੇ ਪੈਸੇ ਇਨਵੈਸਟ ਕਰਨੇ ਪੈਣਗੇ? ਸਪੋਜ਼ ਕਰੋ ਕਿ ਅਗਰ ਜੇ ਤੁਸੀਂ ਕੋਲ ਇੰਡੀਆ ਦਾ ਇੱਕ ਸ਼ੇਅਰ
45 ਦੇ ਪ੍ਰਾਈਸ ਤੇ ਖਰੀਦਿਆ ਹੈ ਔਰ ਉਹ ਤੁਹਾਨੂੰ 12 ਰੁਪਏ ਦਾ ਡਿਵੀਡੈਂਡ ਦੇ ਰਿਹਾ ਹੈ। ਸੋ ਮੈਥਮੈਟਿਕਲੀ ਗੱਲ ਕਰੀਏ ਤਾਂ ਤੁਹਾਨੂੰ ਲਗਭਗ 6,04,167 ਰੁਪਏ ਇਨਵੈਸਟ ਕਰਨੇ ਪੈਣਗੇ 50,000 ਦਾ ਡਿਵੀਡੈਂਡ ਕਮਾਉਣ ਲਈ। ਇਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਫਾਈਨੈਂਸ਼ੀਅਲ ਗੋਲਸ ਨੂੰ ਪਲਾਨ ਕਰ ਸਕਦੇ ਹੋ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਕੇ ਜਾਣਾ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ। ਥੈਂਕ ਯੂ।